In this lecture, we shall discuss derivation of energies stored in the two components of an electrical oscillator. LC oscillator ਦੇ ਵਿੱਚ the two components of energies are electric field energy and magnetic field energy. ਇਹ ਸਾਡੇ ਕੋਲ ਇੱਕ LC oscillator ਹੈ। ਅਸੀਂ ਡਿਸਕਸ ਕੀਤਾ ਪਹਿਲਾਂ ਵੀ ਇੱਕ ਚਾਰਜ ਕਪੈਸਿਟਰ ਨੂੰ ਅਸੀਂ ਅਲਾਉ ਕਰਦੇ ਹਾਂ ਵੀ ਉਹ ਡਿਸਚਾਰਜ ਹੋਵੇ ਕਿਸੇ ਇਨਸਟੈਂਟ ਤੇ ਚਾਰਜ ਦੀ ਵੈਲਿਊ ਸਪੋਜ਼ Q ਰਹਿ ਜਾਂਦੀ ਹੈ ਉਸ ਵੇਲੇ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਏਗਾ Q/C। ਕਪੈਸਿਟੈਂਸ ਦੀ ਡੈਫੀਨੇਸ਼ਨ ਤੋਂ ਇਹ ਰਿਲੇਸ਼ਨ ਬਣਦਾ ਅਸੀਂ ਕਹਿੰਦੇ ਆ Q is directly proportional to V। ਜਦੋਂ ਡੈਫੀਨੇਸ਼ਨ ਕਪੈਸਿਟੈਂਸ ਨੂੰ ਅਸੀਂ ਡਿਫਾਈਨ ਕਰਦੇ ਹਾਂ ਅਸੀਂ ਕੀ ਕਹਿੰਦੇ ਆ ਜਿਵੇਂ ਜਿਵੇਂ ਚਾਰਜ ਕਪੈਸਿਟਰ ਦੀਆਂ ਪਲੇਟਸ ਨੂੰ ਸਪਲਾਈ ਕੀਤਾ ਜਾਂਦਾ ਉਵੇਂ ਉਵੇਂ ਪੋਟੈਂਸ਼ੀਅਲ ਡਿਫਰੈਂਸ ਇਨਕਰੀਜ਼ ਕਰਦਾ ਜਾਂਦਾ ਹੈ। ਮੋਰ ਦਾ ਚਾਰਜ ਔਨ ਦਾ ਪਲੇਟਸ ਮੋਰ ਇਜ਼ ਦਾ ਪੋਟੈਂਸ਼ੀਅਲ ਡਿਫਰੈਂਸ। ਇਸ ਕਰਕੇ ਕੀ ਕਹਿੰਦੇ ਆ charge directly raises the potential difference between the two plates of the capacitor। ਇਸ ਕਰਕੇ Q is taken directly proportional to V। proportionality constant ਨੂੰ ਜਦੋਂ ਅਸੀਂ C ਲੈ ਲੈਂਦੇ ਆ ਤਾਂ ਰਿਲੇਸ਼ਨ ਸਾਡੇ ਕੋਲ Q is equal to CV ਬਣ ਜਾਂਦਾ ਹੈ। ਇਸੇ ਰਿਲੇਸ਼ਨ ਨੂੰ ਅਸੀਂ ਯੂਜ਼ ਕਰਦੇ ਆ ਇੱਕ ਚਾਰਜ ਕਪੈਸਿਟਰ ਦੇ ਜਾਂ ਪਲੇਟਸ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਨੋਟ ਕਰਨ ਦੇ ਲਈ ਜਿਵੇਂ ਅਸੀਂ ਇੱਥੇ ਦਿਖਾ ਰਹੇ ਹਾਂ V = Q/C। ਕਿਸੇ ਵੀ ਵੇਲੇ ਇੱਕ ਪਲੇਟ ਤੇ +Q ਚਾਰਜ ਹੈ ਉਨਾ ਹੀ ਚਾਰਜ -Q ਦੂਸਰੀ ਪਲੇਟ ਤੇ ਹੈ। ਮਤਲਬ ਮੈਗਨੀਟਿਊਡ ਆਫ ਚਾਰਜ ਔਨ ਐਨੀ ਪਲੇਟ ਇਜ਼ ਸੇਮ। ਇੱਕ ਤੇ ਪੋਜ਼ਿਟਿਵ ਚਾਰਜ ਦੂਸਰੀ ਤੇ ਉਨਾ ਹੀ ਨੈਗੇਟਿਵ ਚਾਰਜ। ਕਪੈਸਿਟੈਂਸ ਫਿਕਸਡ ਹੈ। ਇਟ ਓਨਲੀ ਡਿਪੈਂਡਸ ਔਨ ਡਾਇਮੈਂਸ਼ਨਸ ਆਫ ਦਾ ਪਲੇਟਸ ਆਫ ਦਾ ਕਪੈਸਿਟਰ। ਇਹਨਾਂ ਦੇ ਵਿਚਕਾਰ ਸੈਪਰੇਸ਼ਨ ਕਿੰਨਾ ਹੈ ਐਪਸਾਈਲਨ A/D। ਜੇ ਸਪੇਸ ਫ੍ਰੀ ਸਪੇਸ ਹੋਵੇ ਤਾਂ ਐਪਸਾਈਲਨ ਨੋਟ A/D। A is the area of each plate, D is distance between the two plates। ਕਪੈਸਿਟੈਂਸ ਲਈ ਕੀ ਰਿਲੇਸ਼ਨ ਹੋਏਗਾ ਐਪਸਾਈਲਨ ਨੋਟ A/D। ਜੇ ਕੋਈ ਮੀਡੀਅਮ ਹੋਵੇ ਤਾਂ ਉਹਦਾ ਡਾਇਲੈਕਟ੍ਰਿਕ ਕਾਂਸਟੈਂਟ ਆ ਜਾਏਗਾ ਕਿ A/D ਬਣ ਜਾਏਗਾ। ਜਿੱਥੋਂ ਤੱਕ ਇਸ ਆਰਟੀਕਲ ਦਾ ਸੰਬੰਧ ਹੈ ਇਹਦੇ ਵਿੱਚ ਅਸੀਂ ਇਸ ਕੰਪੋਨੈਂਟ ਦੇ ਅਕ੍ਰੋਸ ਇਲੈਕਟ੍ਰਿਕ ਫੀਲਡ ਹੋਏਗਾ ਇਹਨਾਂ ਪਲੇਟਾਂ ਦੇ ਵਿਚਕਾਰ। ਉਸ ਇਲੈਕਟ੍ਰਿਕ ਫੀਲਡ ਕਰਕੇ ਕਿੰਨੀ એનર્ਜੀ ਸਟੋਰ ਹੋਈ ਹੈ ਉਹਦਾ ਅਸੀਂ ਐਕਸਪ੍ਰੈਸ਼ਨ ਕਿਸੇ ਵੀ ਇਨਸਟੈਂਟ ਤੇ ਅਸੀਂ ਇਨਸਟੈਂਟੇਨੀਅਸ ਵੈਲਿਊ ਆਫ ਇਲੈਕਟ੍ਰਿਕ ਫੀਲਡ એનર્ਜੀ ਪਤਾ ਕਰਾਂਗੇ ਉਹਦਾ ਡਰਾਈਵ ਕਰਾਂਗੇ ਐਕਸਪ੍ਰੈਸ਼ਨ। ਇਸੇ ਤਰ੍ਹਾਂ ਹੀ ਕੁਝ ਇਲੈਕਟ੍ਰਿਕ ਫੀਲਡ એનર્ਜੀ ਐਕਸਚੇਂਜ ਹੋ ਜਾਂਦੀ ਹੋਏਗੀ ਇਨਟੂ ਮੈਗਨੈਟਿਕ ਫੀਲਡ એનર્ਜੀ। ਉਸ ਸਮੇਂ ਤੇ ਮੈਗਨੈਟਿਕ ਫੀਲਡ એનર્ਜੀ ਕਿੰਨੀ ਸਟੋਰ ਹੋਈ ਹੈ ਇਹ ਸਾਡਾ ਲਰਨਿੰਗ ਓਬਜੈਕਟਿਵ ਹੈ ਇਸ ਲੈਕਚਰ ਦੇ ਵਿੱਚ ਟੂ ਫਾਈਂਡ ਦ ਐਕਸਪ੍ਰੈਸ਼ਨਸ ਫॉर energies associated with the two components of LC circuit। ਉਹ ਕੰਪੋਨੈਂਟਸ ਕਿਹੜੀਆਂ ਨੇ ਕਪੈਸਿਟਰ ਦੇ ਅਕ੍ਰੋਸ ਸਾਡੇ ਕੋਲੇ ਇਲੈਕਟ੍ਰਿਕ ਫੀਲਡ એનર્ਜੀ ਹੋਏਗੀ। ਇੰਡਕਟਰ ਦੇ ਜਿਹੜੀ ਕੰਪੋਨੈਂਟ ਹੈ ਉਹਦੇ ਅਕ੍ਰੋਸ ਸਾਡੇ ਕੋਲੇ ਮੈਗਨੈਟਿਕ ਫੀਲਡ એનર્ਜੀ ਹੋਏਗੀ। ਇਹ ਸਾਡਾ ਲਰਨਿੰਗ ਓਬਜੈਕਟਿਵ ਹੈ ਅੱਜ ਦੇ ਲੈਕਚਰ ਦਾ। ਹਾਊ ਟੂ ਡਰਾਈਵ ਹਾਊ ਟੂ ਫਾਈਂਡ ਇਲੈਕਟ੍ਰਿਕ ਫੀਲਡ એનર્ਜੀ ਐਂਡ ਮੈਗਨੈਟਿਕ ਫੀਲਡ એનર્ਜੀ ਐਕਸਪ੍ਰੈਸ਼ਨਸ। So we start with in mechanical type of simple harmonic motion, mutual exchange between kinetic and potential energies takes place। We calculated instantaneous values of kinetic energy and potential energy। ਪਿਛਲੇ ਲੈਕਚਰ ਦੇ ਵਿੱਚ ਅਸੀਂ ਇਹਨਾਂ ਦੀਆਂ instantaneous values ਕੱਢੀਆਂ ਸੀ kinetic energy ਤੇ potential energy ਦੀਆਂ। ਤੁਸੀਂ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਹੋਵੇਗਾ। ਲਾਸਟ ਲੈਕਚਰ ਦੇ ਵਿੱਚ ਇਨਸਟੈਂਟੇਨੀਅਸ ਵੈਲਿਊ ਆਫ ਕਿਨੈਟਿਕ એનર્ਜੀ ਕਿੰਨੀ ਆਈ ਸੀ ਇਟ ਵਾਜ਼ ਹਾਫ kx²। potential energy ਦਾ half kx square।
ਕਿਨੈਟਿਕ એનર્ਜੀ ਕਿੰਨੀ ਸੀ ਇੰਸਟੈਂਟੇਨੀਅਸ ਵੈਲਿਊ ਹਾਫ ਕੇ ਸੀ ਸਕੁਅਰ ਸਾਈਨ ਸਕੁਅਰ ਓਮੇਗਾ ਟੀ ਪਲੱਸ ਵਾਈ ਨੋਟ। ਇਹ ਕਿਨੈਟਿਕ એનર્ਜੀ ਕਿਸੇ ਟਾਈਮ ਤੇ, ਪੋਟੈਂਸ਼ੀਅਲ એનર્ਜੀ ਕਿਸੇ ਟਾਈਮ ਤੇ ਕਿੰਨੀ ਹੈ ਹਾਫ ਕੇ ਸੀ ਸਕੁਅਰ। ਐਕਸ ਦੀ ਵੈਲਿਊ ਅਸੀਂ ਪੁੱਟ ਕਰਤੀ ਸੀ cos ਓਮੇਗਾ ਟੀ ਪਲੱਸ ਵਾਈ ਨੋਟ। ਇਸ ਤਰ੍ਹਾਂ ਦੇ ਸਿਮਿਲਰ ਐਕਸਪ੍ਰੈਸ਼ਨ ਇਕੁਇਵਲੈਂਟ ਐਕਸਪ੍ਰੈਸ਼ਨ ਅਸੀਂ ਕੱਢਾਂਗੇ ਮੈਗਨੈਟਿਕ ਫੀਲਡ એનર્ਜੀ ਲਈ ਤੇ ਇਲੈਕਟ੍ਰਿਕ ਫੀਲਡ એનર્ਜੀ ਦੇ ਲਈ। ਸੋ ਇਹ ਲਾਈਨਾਂ 'ਚ ਸਿਰਫ ਇੱਕ ਬੈਕਗਰਾਉਂਡ ਦੱਸੀ ਹੈ ਵੀ ਅਸੀਂ ਮਕੈਨੀਕਲ ਆਸੀਲੇਟਰ ਦੇ ਕੇਸ ਦੇ ਵਿੱਚ ਅਸੀਂ ਇਨਸਟੈਂਟੇਨੀਅਸ ਵੈਲਿਊਜ਼ ਆਫ ਕਿਨੈਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ ਦੀ ਐਕਸਪ੍ਰੈਸ਼ਨਸ ਅਸੀਂ ਡਰਾਈਵ ਕੀਤੇ ਸੀ। ਲਾਈਕਵਾਈਜ਼ ਉਸੇ ਤਰ੍ਹਾਂ ਵੀ ਸ਼ੈਲ ਡਰਾਈਵ ਐਕਸਪ੍ਰੈਸ਼ਨਸ ਫਾਰ electrical energy and magnetic field energy whose mutual exchange are responsible for simple harmonic oscillations in LC circuit। ਇਸ ਲਾਈਨ ਦਾ ਕੀ ਮਤਲਬ ਹੈ LC oscillations ਤਾਂ ਹੀ ਹੋਣਗੀਆਂ ਇਹ ਸਰਕਟ ਇਹ ਜਿਹੜਾ ਕੈਪੈਸਿਟਰ ਡਿਸਚਾਰਜ ਹੋ ਗਿਆ ਸੀ ਦੁਬਾਰ ਤੋਂ ਚਾਰਜ ਕਿਵੇਂ ਹੋਏਗਾ ਜੇ ਮੈਗਨੈਟਿਕ ਫੀਲਡ એનર્ਜੀ ਐਕਸਚੇਂਜ ਹੋਏਗੀ ਕਨਵਰਟ ਹੋਏਗੀ ਇਨਟੂ ਇਲੈਕਟ੍ਰਿਕ ਫੀਲਡ એનર્ਜੀ डिस्चार्ज होएगा फिर इलैक्ट्रिक फील्ड एनर्जी विल बी कन्वर्टेड इनटू मैकेनिकल एनर्जी। देयरफॉर ये जिहड़ा सर्किट है इहदे विच एक्सचेंज किन्ना दो एनर्जी दे विचकार हो रहा म्यूचुअल एक्सचेंज टुक प्लेस इज टेकिंग प्लेस बिटवीन इलैक्ट्रिक फील्ड एनर्जी एंड मैगनैटिक फील्ड एनर्जी। इसे एक्सचेंज दे होण करके इसे एनर्जीज दे अदला बदली होण करके LC oscillations produce ਹੁੰਦੀਆਂ ਨੇ। Therefore the reason behind the production of LC oscillations is mutual exchange between electric field and magnetic field energies. This circuit has two components, one capacitance or capacitor, another inductor. We shall find the energy stored in these components during oscillations ਕਿਸੇ ਵੀ time ਤੇ। We start with energy stored in capacitor in the form of electric field. Let us consider a cycle of charging. ਸਾਡੀ ਚੋਇਸ ਹੈ ਅਸੀਂ ਉਹ ਟਾਈਮ ਚੂਜ਼ ਕੀਤਾ ਜਦੋਂ ਇਸ ਕੈਪੈਸਿਟਰ ਤੇ ਚਾਰਜ ਗਰੋ ਹੋ ਰਿਹਾ ਜਦੋਂ ਮੈਗਨੈਟਿਕ ਫੀਲਡ એનર્ਜੀ ਐਕਸਚੇਂਜ ਹੋ ਰਹੀ ਹੈ ਕਨਵਰਟ ਹੋ ਰਹੀ ਹੈ ਇਨਟੂ ਇਲੈਕਟ੍ਰਿਕ ਫੀਲਡ એનર્ਜੀ ਅਸੀਂ ਉਹ ਟਾਈਮ ਚੂਜ਼ ਕੀਤਾ ਹੈ ਡਿਊਰਿੰਗ ਚਾਰਜਿੰਗ ਆਫ ਕੈਪੈਸਿਟਰ। Let us consider a cycle of charging of a capacitor whose capacitance is C. We want to add more charge dq। ਕਿਸੇ ਵੇਲੇ ਇਹਨਾਂ ਪਲੇਟ ਤੇ ਇਹ ਤੇ ਚਾਰਜ q ਹੈ ਇਸ ਪਲੇਟ ਤੇ ਵੀ ਚਾਰਜ ਮਾਈਨਸ q ਹੈ। ਇਸ ਕੰਪੋਨੈਂਟ ਤੋਂ ਚਾਰਜ ਨੇ ਫਲੋ ਕਰਨਾ ਹੈ ਕਿਉਂਕਿ ਚਾਰਜਿੰਗ ਹੋ ਰਹੀ ਹੈ q ਤੋਂ q ਇਸ ਇਨਸਟੈਂਟ ਤੇ ਹੈ ਅਗਲੀ ਇਨਸਟੈਂਟ ਤੇ ਇਹਦੇ ਵਿੱਚ ਚਾਰਜ ਐਡ ਹੋਣਾ ਹੈ ਇੱਥੇ ਮਾਈਨਸ ਕਿਊ ਹੈ ਅਗਲੇ ਮੂਵਮੈਂਟ ਤੇ ਚਾਰਜ ਦਾ ਇੱਕ ਇਨਕਰੀਮੈਂਟ ਐਡ ਹੋਣਾ ਹੈ ਇੱਥੇ ਨੈਗੇਟਿਵ ਚਾਰਜ ਦਾ ਇਨਕਰੀਮੈਂਟ ਐਡ ਹੋਣਾ ਤੇ ਇੱਧਰ ਪੋਜ਼ਿਟਿਵ ਚਾਰਜ ਦਾ ਇਨਕਰੀਮੈਂਟ ਐਡ ਹੋਣਾ ਕਿਉਂਕਿ ਆਲਰੇਡੀ ਪਲੇਟ ਤੇ ਪੋਜ਼ਿਟਿਵ ਚਾਰਜ ਹੈ ਇਨਕਮਿੰਗ ਅਗਲੇ ਪੋਜ਼ਿਟਿਵ ਇਨਕਰੀਮੈਂਟ ਦੇ ਚਾਰਜ ਨੂੰ ਇਹ ਅਪੋਜ਼ ਕਰੇਗਾ ਇਸ ਪਲੇਟ ਤੇ ਨੈਗੇਟਿਵ ਚਾਰਜ ਹੈ ਇਸ ਪਾਸੋਂ ਇੱਕ ਨੈਗੇਟਿਵ ਇਨਕਰੀਮੈਂਟ ਆਫ ਚਾਰਜ ਆ ਰਿਹਾ ਉਹਨੂੰ ਇਹ ਰਿਪੈਲ ਕਰੇਗਾ ਸਿਮਿਲਰ ਚਾਰਜ ਰਿਪੈਲ ਈਚ ਅਦਰ। ਇਸ ਕਰਕੇ ਆ ਜਿਹੜਾ ਸਿਸਟਮ ਹੈ ਜਿਹੜਾ ਮੈਗਨੈਟਿਕ ਫੀਲਡ એનર્ਜੀ ਕਨਵਰਟ ਕਰ ਰਿਹਾ ਇਨਟੂ ਇਲੈਕਟ੍ਰਿਕ ਫੀਲਡ એનર્ਜੀ ਕਿਵੇਂ ਬਾਈ ਟ੍ਰਾਂਸਫਰਿੰਗ ਚਾਰਜਸ ਟੂ ਦਿਸ ਪਲੇਟ ਪੋਜ਼ਿਟਿਵ ਚਾਰਜ ਟੂ ਦਿਸ ਪਲੇਟ ਐਂਡ ਨੈਗੇਟਿਵ ਚਾਰਜ ਟੂ ਦਿਸ ਪਲੇਟ ਇਹ ਸਪੋਰਟ ਕਰ ਰਿਹਾ ਵੀ ਚਾਰਜ ਹੋਵੇ ਪਰ ਆਲਰੇਡੀ ਜਿਹੜੇ ਚਾਰਜ ਪਏ ਉਹਨੂੰ ਅਪੋਜ਼ ਕਰਦੇ ਆ ਐਂਡ ਇਸੇ ਮੂਵਮੈਂਟ ਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਪਹਿਲਾਂ ਆਲਰੇਡੀ ਕਿਊ ਚਾਰਜ ਹੈ ਕਿਸੇ ਵੀ ਪਲੇਟ ਤੇ ਅੱਗੇ ਡੀ ਕਿਊ ਚਾਰਜ ਜਿਹੜੇ ਸਪਲਾਈ ਕਰਨਾ ਵਰਕ ਕਿੰਨਾ ਕਰਨਾ ਪਏਗਾ ਇੱਕ ਸੋਰਸ ਹੈ ਸੋਰਸ ਆਫ EMF ਬਣ ਚੁੱਕਿਆ ਇਹ ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਮੁਤਾਬਕ ਇਹਨਾਂ ਲਿੰਕ ਕਰਦਾ ਫਲਕਸ ਚੇਂਜ ਹੋ ਰਿਹਾ ਤਾਂ ਇੱਕ EMF ਦਾ ਸੋਰਸ ਬਣ ਗਿਆ EMF ਦਾ ਕੰਮ ਹੀ ਕੀ ਹੁੰਦਾ ਹੈ ਟੂ ਡੂ ਵਰਕ EMF ਦਾ ਕੰਮ ਕੀ ਹੈ ਕੋਈ ਸੋਰਸ ਦੀ ਇਲੈਕਟ੍ਰੋਮੋਟਿਵ ਫੋਰਸ ਕੀ ਹੈ ਉਹ ਸੋਰਸ ਦੇ ਅਕ੍ਰੋਸ ਅਸੀਂ ਇੱਕ ਸਰਕਟ ਕੰਪਲੀਟ ਕਰ ਦਈਏ ਤਾਂ ਸਰਕਟ ਦੇ ਵਿੱਚੋਂ ਦੀ ਉਹ ਚਾਰਜ ਨੂੰ ਘੁਮਾਏਗੀ
work done per unit charge once around the circuit is called EMF of the source। इत्थे EMF suppose आ बनी हुई है, ਇਹਦਾ ਮਤਲਬ ਕੀ ਹੈ, ਪਰ ਯੂਨਿਟ ਚਾਰਜ ਨੂੰ ਘੁਮਾਏਗੀ ਰਾਉਂਡ ਦਾ ਸਰਕਟ। ਘੁਮਾਉਣ ਦਾ ਮਤਲਬ ਪੋਜ਼ਿਟਿਵ ਚਾਰਜ ਇੱਥੇ ਪਹੁੰਚ ਜਾਏਗਾ, ਨਾਲ ਜਿਹਨੂੰ ਨੈਗੇਟਿਵ ਚਾਰਜ ਇੱਥੇ ਪਹੁੰਚਾਏਗੀ। ਇਹਨੂੰ ਵਰਕ ਕਰਨਾ ਪਏਗਾ, ਉਹੀ ਵਰਕ ਅਸੀਂ ਕੈਲਕੂਲੇਟ ਕਰਨਾ ਹੈ। ਡੀ ਕਿਊ ਅਮਾਊਂਟ ਟ੍ਰਾਂਸਫਰ ਕਰਨ ਦੇ ਲਈ ਕਿੰਨਾ ਵਰਕ ਕਰਨਾ ਪਏਗਾ, ਜਿੰਨਾ ਵਰਕ ਕਰਨਾ ਪਏਗਾ ਉਹੀ ਇਹਦੇ ਕੋਲ ਚਲਾ ਜਾਏਗਾ ਇਨ ਦਾ ਫਾਰਮ ਆਫ ਇਲੈਕਟ੍ਰਿਕ ਫੀਲਡ ਐਨਰਜੀ। ਸੋ ਡੈਫੀਨੇਸ਼ਨ ਕੀ ਕਹਿੰਦੀ ਹੈ, ਅਸੀਂ ਕੀ ਕਿਹਾ ਵੀ ਕਿਸੇ ਵੇਲੇ ਚਾਰਜ ਕਿਊ ਹੈ ਤੇ ਡੀ ਕਿਊ ਹੋਰ ਸਪਲਾਈ ਕਰਨਾ ਹੈ। ਉਹ ਚਾਰਜ ਜਦੋਂ ਸਪਲਾਈ ਕਰਨਾ ਹੈ ਉਸ ਵੇਲੇ ਚਾਰਜ ਇੱਧਰ ਕਿਊ ਇੱਧਰ ਮਾਈਨਸ ਕਿਊ, ਤਾਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ, ਕਿਊ ਅਪੋਨ ਸੀ। ਪੋਟੈਂਸ਼ੀਅਲ ਦੀ ਡੈਫੀਨੇਸ਼ਨ ਕੀ ਹੈ, ਵਰਕ ਡਨ ਪਰ ਯੂਨਿਟ ਚਾਰਜ। ਪੋਟੈਂਸ਼ੀਅਲ ਡਿਫਰੈਂਸ ਕੀ ਹੁੰਦਾ, ਵਰਕ ਡਨ ਪਰ ਯੂਨਿਟ ਚਾਰਜ। ਆਪਾਂ ਇਹ ਡੈਫੀਨੇਸ਼ਨ ਕਿਉਂ ਲਿਖੀ ਹੈ, ਸਾਨੂੰ ਇਸੇ ਡੈਫੀਨੇਸ਼ਨ ਤੋਂ ਵਰਕ ਡਨ ਪਤਾ ਲੱਗੇਗਾ ਵੀ ਇਹਨੂੰ ਕਿੰਨਾ ਵਰਕ ਕਰੇਗਾ ਇਹ। ਇਟ ਵਿਲ ਬੀ ਫਰੋਮ ਦ ਡੈਫੀਨੇਸ਼ਨ ਆਫ ਪੋਟੈਂਸ਼ੀਅਲ ਡਿਫਰੈਂਸ। ਪੋਟੈਂਸ਼ੀਅਲ ਡਿਫਰੈਂਸ ਇਜ਼ ਵਰਕ ਅਪੋਨ ਚਾਰਜ। ਜੇ ਵਰਕ ਡੀ ਡਬਲਿਊ ਹੈ, ਚਾਰਜ ਸਪਲਾਈ ਹੋ ਰਿਹਾ ਡੀ ਕਿਊ, ਤਾਂ ਡੀ ਡਬਲਿਊ ਅਪੋਨ ਡੀ ਕਿਊ ਹੋਏਗਾ ਪੋਟੈਂਸ਼ੀਅਲ ਡਿਫਰੈਂਸ। ਜਦੋਂ ਇਹ ਚੀਜ਼ ਹੋ ਰਹੀ ਹੈ ਉਦੋਂ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ, V। ਅਸੀਂ ਫੇਰ ਕਹਿੰਦੇ ਆ ਵੀ ਜਿਹੜਾ ਡੀ ਕਿਊ ਚਾਰਜ ਦਿੱਤਾ ਜਾ ਰਿਹਾ ਇਹ ਇਨਫਾਈਨਾਈਟੈਸੀਮਲੀ ਸਮਾਲ ਇਨਕਰੀਮੈਂਟ ਹੈ, ਬਹੁਤ ਛੋਟਾ ਇਨਕਰੀਮੈਂਟ ਹੈ, ਜਿਹਦੇ ਜਾਣ ਨਾਲ ਇਸ ਪਲੇਟ ਤੇ ਜਾਣ ਨਾਲ ਤੇ ਓਨਾ ਹੀ ਮਾਈਨਸ ਕਿਊ ਮਾਈਨਸ ਡੀ ਕਿਊ ਇੱਥੇ ਜਾਣ ਦੇ ਨਾਲ ਪੋਟੈਂਸ਼ੀਅਲ ਡਿਫਰੈਂਸ ਤੇ ਕੋਈ ਫਰਕ ਨਹੀਂ ਪੈਂਦਾ ਹੈ। It is an hypothetical supposition. We consider dq ਜਿਹੜਾ ਚਾਰਜ ਅਸੀਂ ਗੱਲ ਕਰ ਰਹੇ ਹਾਂ ਵੀ ਇੱਥੇ ਜਾ ਰਿਹਾ, that is taken to be infinitesimally small increment of charge, ਜਿਹਦੇ ਜਾਣ ਦੇ ਨਾਲ ਅਸੀਂ ਸਪੋਜ਼ ਕਰਦੇ ਹਾਂ ਵੀ ਪੋਟੈਂਸ਼ੀਅਲ ਡਿਫਰੈਂਸ V ਹੋਈ ਰਹਿ ਰਿਹਾ। ਜਦੋਂ Q ਸੀ ਉਦੋਂ ਵੀ V ਸੀ ਪੋਟੈਂਸ਼ੀਅਲ ਡਿਫਰੈਂਸ, ਜਦੋਂ dq ਚਲਾ ਗਿਆ ਉਦੋਂ ਵੀ ਅਸੀਂ ਸਪੋਜ਼ ਕਰਦੇ ਹਾਂ ਵੀ ਫਿਰ ਵੀ V ਰਹਿੰਦਾ ਹੈ। ਇਸ ਕਰਕੇ ਵੀ ਆਰ ਇਹਦਾ ਮਤਲਬ ਕੀ ਹੈ, ਵੀ ਆਰ ਸਪਲਾਈਂਗ ਇਨਫਾਈਨਾਈਟੈਸੀਮਲ ਸਮਾਲ ਚਾਰਜ ਟੂ ਦਾ ਪਲੇਟਸ ਐਟ ਕੌਂਸਟੈਂਟ ਪੋਟੈਂਸ਼ੀਅਲ ਡਿਫਰੈਂਸ V। ਪੋਟੈਂਸ਼ੀਅਲ ਡਿਫਰੈਂਸ ਕੀ ਹੈ, ਵਰਕ ਅਪੋਨ ਚਾਰਜ। ਹੁਣ ਹੈ ਕਿੰਨਾ ਹੈ ਪੋਟੈਂਸ਼ੀਅਲ, V ਕਿਹਦੇ ਬਰਾਬਰ ਹੋਏਗਾ, ਵਰਕ ਅਪੋਨ ਚਾਰਜ ਡੀ ਡਬਲਿਊ ਅਪੋਨ ਡੀ ਕਿਊ। ਤੋਂ ਡੀ ਡਬਲਿਊ ਕਿਹਦੇ ਬਰਾਬਰ ਹੋ ਜਾਏਗਾ, V ਇੰਟੂ ਡੀ ਕਿਊ। ਡੈਫੀਨੇਸ਼ਨ ਕੀ ਹੈ ਪੋਟੈਂਸ਼ੀਅਲ ਡਿਫਰੈਂਸ ਦੀ, ਵਰਕ ਡਨ ਪਰ ਯੂਨਿਟ ਚਾਰਜ। ਵਰਕ ਡਨ ਕਿੰਨਾ ਹੈ, ਡੀ ਡਬਲਿਊ। ਚਾਰਜ ਕਿੰਨਾ ਸਪਲਾਈ ਕੀਤਾ ਹੈ, ਬਹੁਤ ਛੋਟਾ, ਡੀ ਕਿਊ। ਤਾਂ ਡੀ ਡਬਲਿਊ ਅਪੋਨ ਡੀ ਕਿਊ ਸਾਡੇ ਕੋਲ V ਆ ਜਾਏਗਾ। ਸਮਾਲ ਵਰਕ ਡਨ ਟੂ ਐਡ ਡੀ ਕਿਊ ਚਾਰਜਸ ਡੀ ਡਬਲਿਊ ਵਿਚ V ਡੀ ਕਿਊ। V ਦੀ ਵੈਲਿਊ ਪੋਟੈਂਸ਼ੀਅਲ ਡਿਫਰੈਂਸ ਅਸੀਂ ਆ ਲੈ ਲਈ, Q ਅਪੋਨ C ਪੁੱਟ ਕੀਤੀ, Q ਅਪੋਨ C ਡੀ ਕਿਊ। ਦਿਸ ਵਰਕ ਇਜ਼ ਸਟੋਰਡ ਐਜ਼ ਐਨਰਜੀ। ਇਹ ਜਿਹੜਾ ਵਰਕ ਹੈ ਕਿਹਨੇ ਕੀਤਾ ਹੈ, ਡੀ ਕਿਊ ਚਾਰਜ ਟ੍ਰਾਂਸਫਰ ਕਰਨ ਲਈ ਆਹ ਸੋਰਸ ਨੇ ਕੰਮ ਕੀਤਾ, ਵਰਕ ਕੀਤਾ ਇਸ ਕੰਪੋਨੈਂਟ ਨੇ ਦੇ ਅਕ੍ਰੋਸ ਜਿਹੜੀ એનર્ਜੀ ਆ ਉਹਨੇ ਕੰਮ ਕੀਤਾ ਹੈ ਤੇ ਕਨਵਰਸ਼ਨ ਹੋ ਗਈ ਉਨੀ ਕੁ એનર્ਜੀ ਇਨਟੂ ਇਲੈਕਟ੍ਰੀਕਲ ਫੀਲਡ એનર્ਜੀ। ਪਰ ਇਹ ਤਾਂ ਬਹੁਤ ਛੋਟਾ ਚਾਰਜ ਦਿੱਤਾ ਹੈ ਆਲਰੇਡੀ। ਇਹ ਕਿੰਨਾ ਚਾਰਜ ਭੇਜ ਚੁੱਕਿਆ, ਕਿਊ। ਡੀ ਕਿਊ ਤਾਂ ਅੱਗੇ ਦਿੱਤਾ ਹੈ, ਅਸੀਂ ਉਹ ਕਿਊ ਚਾਰਜ ਲਈ ਭੇਜਣ ਲਈ ਕਿੰਨਾ ਇਹਨੇ ਇਹਦੀ એનર્ਜੀ ਲੱਗੀ, ਕਿੰਨਾ ਇਹਨੇ ਵਰਕ ਕੀਤਾ ਉਹ ਕੱਢਣਾ ਹੈ। ਟੋਟਲ ਵਰਕ ਡਨ ਫॉर ਐਡਿੰਗ ਚਾਰਜ ਡੀ ਚਾਰਜ ਕਿਊ ਕਿਵੇਂ ਮਿਲੇਗਾ, ਇੰਟੈਗ੍ਰੇਸ਼ਨ ਕਰਤੀ ਅਸੀਂ, ਵੀ ਇੰਟੈਗ੍ਰੇਟਡ ਵੀ ਮੈਥਡ ਆਫ ਇੰਟੈਗ੍ਰੇਸ਼ਨ। ਟੋਟਲ ਵਰਕ ਡਨ ਫॉर ਐਡਿੰਗ ਚਾਰਜ ਕਿਊ ਇਜ਼, ਇਹਨੂੰ ਅਸੀਂ ਇੰਟੈਗ੍ਰੇਟ ਕੀਤਾ ਡੀ ਡਬਲਿਊ ਨੂੰ, ਕਿਉਂਕਿ ਜਿਹੜਾ ਟੋਟਲ ਚਾਰਜ ਕਿਊ ਹੈ ਇਹ ਫਿਨਾਈਟ ਚਾਰਜ ਹੈ। ਅਸੀਂ ਇਹਨਾਂ ਨੂੰ ਛੋਟੇ ਛੋਟੇ ਹਿੱਸਿਆਂ 'ਚ ਡਿਵਾਈਡ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਟੋਟਲ ਚਾਰਜ ਕਿਊ ਕੈਨ ਬੀ ਅਜ਼ਿਊਮਡ
to have been summed up from smaller charge increments dq। ਉਹਨਾਂ ਚੋਂ ਇੱਕ ਇਨਕਰੀਮੈਂਟ ਭੇਜਣ ਦੇ ਲਈ ਇੰਨਾ ਵਰਕ ਕਰਨਾ ਪੈਂਦਾ ਹੈ, ਦੂਜੇ ਲਈ ਵੀ ਇੰਨਾ ਕਰਨਾ ਪਏਗਾ, ਤੀਜੇ ਲਈ ਵੀ ਇੰਨਾ ਕਰਨਾ ਪਏਗਾ। ਸਾਰਿਆਂ ਨੂੰ ਜਦੋਂ ਅਸੀਂ ਐਡ ਕਰਾਂਗੇ ਉਹ ਟੋਟਲ ਵਰਕ ਹੋ ਜਾਏਗਾ ਔਰ ਟੋਟਲ ਚਾਰਜ ਕਿਊ ਸਪਲਾਈ ਕਰਨ ਦੇ ਲਈ। ਮੈਥਡ ਆਫ ਇੰਟੈਗਰੇਸ਼ਨ ਸਾਡੀ ਹੈਲਪ ਕਰਦਾ ਹੈ ਇੱਕੋ ਸਟੈਪ ਦੇ ਵਿੱਚ ਇਹ ਟੋਟਲ ਕੱਢਣ ਦੇ ਲਈ। ਅਸੀਂ ਇੱਕ ਇਨਕਰੀਮੈਂਟ ਲਈ ਡੀ ਕਿਊ ਭੇਜਣ ਲਈ ਵਰਕ ਕੱਢਿਆ, ਇਸ ਨੂੰ ਅਸੀਂ ਇੰਟੈਗਰੇਟ ਕਰਤਾ ਫਰੋਮ 0 ਟੂ ਕਿਊ। ਜਿੰਨਾ ਅਸੀਂ ਚਾਰਜ ਭੇਜਣਾ ਚਾਹੁੰਦੇ ਹਾਂ ਜਾਂ ਜਿੰਨਾ ਚਾਰਜ ਦੇਣ ਲਈ ਅਸੀਂ ਕੱਢਣਾ ਚਾਹੁੰਦੇ ਵਰਕ ਕਿੰਨਾ ਕੀਤਾ ਹੋਏਗਾ। ਜਦ ਇੰਟੈਗਰੇਸ਼ਨ ਕੀਤੀ Q upon C dq, C is constant, Q dq, integration is Q square upon T, limits 0 to Q, half C बाहर आ गया, यदि लिमिट अपर लिमिट Q है, लोअर लिमिट 0, it is half Q square upon C. Therefore work done is stored in the capacitor as its electrical energy. ये work done है, this is the work done। कौन करता है? आ सोर्स करता है जिहदे अक्रॉस EMF इंड्यूस हुई है तो जिहदे अक्रॉस मैगनैटिक फील्ड डिवेलप हो चुका जिहड़ा हुण कन्वर्ट हो रहा है इंटू इलैक्ट्रिक फील्ड एनर्जी दे विच। जिस समय इत्थे चार्ज क्यू पहुंच चुका है उस वेले इस कंपोनेंट कोले कितनी इलैक्ट्रिक फील्ड एनर्जी है? हाफ क्यू स्क्वेयर अपॉन सी। क्यू नूं असीं इस रिलेशन ਨੂੰ ਅਸੀਂ ट्रांसफॉर्म कर सकते हैं। क्यू ਨੂੰ C भी पुट किया तो C स्क्वेयर V स्क्वेयर C ਨਾਲ C कैंसल हाफ C V स्क्वेयर ਜਾਂ आ C ਨੂੰ ਅਸੀਂ C इज इक्वल Q इज इक्वल टू C V, C ਨੂੰ in terms of Q ਤੇ V ਲਿਖੀਏ ਸਾਡੇ ਕੋਲ ਆ ਐਕਸਪ੍ਰੈਸ਼ਨ ਆ ਜਾਏਗਾ। So these are the relation in terms of Q and C, in terms of C and V, in terms of Q and V for energy stored in the capacitor। instantaneous values ने ਇਹ ਕਦੋਂ? ਜਦੋਂ ਚਾਰਜ Q ਹੋ ਗਿਆ। ਇਹ ਕਦੋਂ? ਜਦੋਂ ਪਲੇਟਸ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ V ਹੈ। ਇਹ ਕਦੋਂ ਹੈ? ਜਦੋਂ ਚਾਰਜ Q ਹੈ ਤੇ ਪੋਟੈਂਸ਼ੀਅਲ ਡਿਫਰੈਂਸ V ਹੈ। ਇਹ ਉਦੋਂ ਹੈ। ਇਹਦਾ ਮਤਲਬ ਆ ਜਿਹੜਾ ਰਿਲੇਸ਼ਨ ਹੈ ਇਟ ਡਿਪੈਂਡਸ ਅਪॉन Q and V, it depends upon potential difference only, it depends upon charge only। Now we shall try to derive expression for energy stored in inductor। इंडक्टर ਦੇ ਅਕ੍ਰੋਸ ਕਿੰਨੀ એનર્ਜੀ ਸਟੋਰ ਹੋਈ ਹੈ ਮੈਗਨੈਟਿਕ ਫੀਲਡ એનર્ਜੀ ਦੀ ਫਾਰਮ ਦੇ ਵਿੱਚ। We know induced EMF across ends of inductor L appears in a reaction। reaction ਦਾ ਇੱਥੇ ਮਤਲਬ ਕੀ ਹੈ ਵੀ ਉਹ ਰਿਐਕਟ ਕਰਦੀ ਹੈ ਕਿ ਕਿਵੇਂ ਇੰਡਿਊਸ ਹੁੰਦੀ ਹੈ। ਇੱਥੇ ਰਿਐਕਸ਼ਨ ਦਾ ਮਤਲਬ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੈਗਾ। ਇਹਦਾ ਮਤਲਬ ਕੀ ਹੈ ਕੰਪੋਨੈਂਟ ਕਿਵੇਂ ਬਿਹੇਵ ਕਰਦੀ ਹੈ। ਬਿਹੇਵੀਅਰ ਤੋਂ ਮਤਲਬ ਹੈ ਰਿਐਕਸ਼ਨ ਦਾ ਮਤਲਬ ਕਿਵੇਂ ਰਿਐਕਟ ਕਰਦੀ ਹੈ। ਇੰਡਕਟਰ ਦੇ ਐਂਡਸ ਦੇ ਅਕ੍ਰੋਸ EMF ਕਿਵੇਂ ਬਣਦੀ ਹੈ। ਇੰਡਿਊਸ EMF ਕਦੋਂ ਬਣਦੀ ਹੈ? ਜਦੋਂ ਉਹਦੇ ਨਾਲ ਲਿੰਕ ਕਰਦਾ ਮੈਗਨੈਟਿਕ ਫਲਕਸ ਚੇਂਜ ਹੋਵੇ। ਮੈਗਨੈਟਿਕ ਫਲਕਸ ਕਿਵੇਂ ਚੇਂਜ ਹੋਏਗਾ? ਜਦੋਂ ਉਹਦੇ ਵਿੱਚੋਂ ਦੀ ਪਾਸ ਕਰ ਰਿਹਾ ਕਰੰਟ ਚੇਂਜ ਹੋਵੇ। ਕਰੰਟ ਚੇਂਜ ਹੁੰਦਾ ਮਤਲਬ ਜਾਂ ਤਾਂ ਕਰੰਟ ਵੱਧ ਰਿਹਾ ਇਨਕਰੀਜ਼ ਕਰ ਰਿਹਾ, ਜਾਂ ਤਾਂ ਕਰੰਟ ਗਰੋ ਕਰ ਰਿਹਾ, ਜਾਂ ਫਿਰ ਕਰੰਟ ਡਿਕਰੀਜ਼ ਕਰ ਰਿਹਾ। ਕਰੰਟ ਵਧਣ ਦਾ ਮਤਲਬ ਕੀ ਹੈ? ਰੇਟ ਆਫ ਗਰੋਥ ਆਫ ਚਾਰਜ ਵੱਧ ਰਿਹਾ, dQ/dt ਇਜ਼ ਇਨਕਰੀਜ਼ਿੰਗ, ਗਰੋਥ ਆਫ ਚਾਰਜ ਹੋ ਰਹੀ ਹੈ। ਦੂਸਰਾ ਕੇਸ ਕੀ ਹੋਏਗਾ? ਡਿਕੇ ਆਫ ਚਾਰਜ ਹੋਏਗੀ। ਇਹ ਸਾਰੀਆਂ ਸਿਚੁਏਸ਼ਨ ਦੇ ਵਿੱਚ ਕੀ ਹੋਏਗਾ? ਮੈਗਨੈਟਿਕ ਫਲਕਸ ਲਿੰਕਿੰਗ ਵਿਦ ਦ ਇੰਡਕਟਰ ਵਿਲ ਬੀ ਚੇਂਜਿੰਗ। ਤਾਂ ਉਹਦੇ ਜਿਹੜੇ ਐਂਡਸ ਨੇ ਉਹਦੇ ਅਕ੍ਰੋਸ EMF ਇੰਡਿਊਸ ਹੋਏਗੀ। ਸੋ EMF ਇੰਡਕਟਰ ਦੇ ਅਕ੍ਰੋਸ ਕਦੋਂ ਅਪੀਅਰ ਹੁੰਦੀ ਹੈ? ਜਦੋਂ ਉਹ ਰਿਐਕਟ ਕਰਦਾ ਵੀ ਉਹਦੇ ਵਿੱਚੋਂ ਦੀ ਜਿਹੜਾ ਲਿੰਕ ਕਰਦਾ ਫਲਕਸ ਜਦੋਂ ਚੇਂਜ ਹੁੰਦਾ ਹੈ। ਇਸੇ ਕਰਕੇ ਲਿਖਿਆ we know induced EMF across ends of inductor appears in a reaction to change in a magnetic flux linking with the coil। This change occurs because either flowing charge through inductor grows,
ਚਾਰਜ ਉਹਦੇ ਵਿੱਚੋਂ ਲੰਘ ਰਿਹਾ ਤੇ ਵੱਧ ਰਿਹਾ, ਮੂਵ ਵੀ ਕਰ ਰਿਹਾ ਤੇ ਵੱਧ ਰਿਹਾ, ਕਰੰਟ ਗਰੋ ਕਰ ਰਿਹਾ, ਚਾਰਜ ਗਰੋ ਕਰ ਰਿਹਾ ਤਾਂ ਕਰੰਟ ਵੀ ਗਰੋ ਕਰੇਗਾ, ਜਾਂ ਫਿਰ ਇਹਦਾ ਉਲਟ ਹੋਏਗਾ, ਡਿਕੇ ਵਿਦ ਟਾਈਮ। ਦ ਇੰਡਿਊਸ EMF ਬਾਈ ਇਟਸ ਨੇਚਰ appears to oppose the cause which has produced it। induced EMF appear ਹੁੰਦੀ ਹੈ ਕਿਉਂਕਿ ਉਹਨੇ ਉਹ ਚੀਜ਼ ਨੂੰ ਅਪੋਜ਼ ਕਰਨਾ ਹੁੰਦਾ ਜਿਹਨੇ ਉਹਨੂੰ ਪ੍ਰੋਡਿਊਸ ਕੀਤਾ ਹੈ। ਕਿਹਨੇ ਪ੍ਰੋਡਿਊਸ ਕੀਤਾ ਹੈ? ਜਾਂ ਕਰੰਟ ਦੀ ਗਰੋਥ ਨੇ ਜਾਂ ਫਿਰ ਕਰੰਟ ਦੀ ਡਿਕੇ ਨੇ। ਇਟ ਇਜ਼ ਕਲੀਅਰ that growth or decay of flowing charge, that is growth or decay of current through the coil, has produced EMF, and therefore this induced EMF must oppose flow of growing or decaying charge through the coil। ਤਾਂ ਜਿਹੜੀ EMF ਜਿਹੜੀ ਇੰਡਿਊਸ ਹੋ ਚੁੱਕੀ ਹੈ ਉਹ ਆਪਣੇ ਕਿਹਦੇ ਅਕ੍ਰੋਸ ਬਣ ਚੁੱਕੀ ਹੈ? ਉਹ EMF ਇਸ ਇੰਡਕਟਰ ਦੇ ਅਕ੍ਰੋਸ ਬਣ ਚੁੱਕੀ। ਉਹ ਕੀ ਕਰੇਗੀ? ਇਹਦੇ ਵਿੱਚੋਂ ਦੀ ਜਿਹੜਾ ਚਾਰਜ ਡਿਕੇ ਕਰਨ ਨੂੰ ਵੀ ਅਪੋਜ਼ ਕਰੇਗੀ, ਗਰੋ ਕਰਨ ਨੂੰ ਵੀ ਅਪੋਜ਼ ਕਰੇਗੀ। ਸਪੋਜ਼ ਕਿਸੇ ਵੇਲੇ EMF E ਬਣ ਚੁੱਕੀ ਹੈ, ਉਸ ਵੇਲੇ ਜਿਹੜਾ ਚਾਰਜ ਹੈ Q ਫਲੋ ਕਰ ਰਿਹਾ ਸੀਗਾ। ਅਸੀਂ ਇੱਕ ਬਹੁਤ ਛੋਟਾ ਇੰਟਰਵਲ ਕੰਸੀਡਰ ਕਰਦੇ ਹਾਂ, ਇਨਫਿਨਾਈਟੈਸੀਮਲ ਟਾਈਮ ਇੰਟਰਵਲ DT, ਜਿਹਦੇ ਵਿੱਚ ਚਾਰਜ Q ਗਰੋ ਕਰਕੇ Q + dQ ਹੋ ਜਾਂਦਾ ਹੈ। ਇਹਦਾ ਮਤਲਬ ਚਾਰਜ ਦੀ ਗਰੋਥ ਹੋ ਰਹੀ ਹੈ ਫਰੋਮ Q to dQ, ਕਿੰਨੇ ਟਾਈਮ ਦੇ ਵਿੱਚ? DT ਟਾਈਮ ਦੇ ਵਿੱਚ। ਤਾਂ ਗਰੋਥ ਆਫ ਚਾਰਜ ਕੀ ਹੈ? dQ/dt। ਤਾਂ ਆਹ ਜਿਹੜੀ EMF ਹੈ ਇਹ ਕੀ ਕਰ ਰਹੀ ਹੈ? ਅਪੋਜ਼ ਕਰ ਰਹੀ ਹੈ ਕਿਹਨੂੰ? ਚਾਰਜ ਦੀ ਵੈਲਿਊ Q ਤੋਂ Q + dQ ਬਣਨ ਨੂੰ ਅਪੋਜ਼ ਕਰ ਰਹੀ ਹੈ। ਪਰ ਉਹ ਬਣ ਗਿਆ, EMF ਨੇ ਅਪੋਜ਼ ਤਾਂ ਕੀਤਾ ਨਾ ਉਸ ਨੂੰ। ਜਿਹੜੀ ਆਪੋਜੀਸ਼ਨ ਇਹਨੇ ਕੀਤੀ ਹੈ ਇਹਦੀ ਕੁਝ એનર્ਜੀ ਐਕਸਪੈਂਸ ਹੋਈ ਹੈ, ਉਹਦਾ ਵਰਕ ਕੈਲਕੂਲੇਟ ਕਰਨਾ ਹੈ ਵੀ ਇਹ ਜਿਹੜੀ EMF ਹੈ ਇਹਨੇ ਕਿੰਨਾ ਅਪੋਜ਼ ਕੀਤਾ, ਇਹਦੀ ਕਿੰਨੀ એનર્ਜੀ ਐਕਸਪੈਂਸ ਹੋ ਗਈ ਰੋਕਣ ਦੇ ਲਈ। Q ਤੋਂ Q + dQ ਬਣਨ ਲਈ ਰੋਕਣ ਤੋਂ ਇਹਨੂੰ ਕਿੰਨੀ એનર્ਜੀ ਐਕਸਪੈਂਸ ਹੋ ਗਈ। ਬਾਈ ਡੈਫੀਨੇਸ਼ਨ EMF ਕੀ ਹੁੰਦੀ ਹੈ? ਵਰਕ ਪਰ ਯੂਨਿਟ ਚਾਰਜ। ਇੱਥੇ ਕਿਹੜੇ ਚਾਰਜ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੀ ਸੀ? dQ ਬਣਨ ਲਈ। ਤਾਂ EMF ਕੀ ਹੋਏਗੀ? ਵਰਕ ਅਪੋਨ ਚਾਰਜ, dW/dQ। ਤਾਂ ਵਰਕ ਕੀ ਹੋਏਗਾ? ਐਪਸਾਈਲਨ EMF × dQ। ਇਹ ਜਿਹੜਾ ਵਰਕ ਕੱਢ ਰਹੇ ਹਾਂ ਅਸੀਂ, let the flowing charge through the coil is growing at any instant t, an EMF epsilon E ਜਾਂ LdI/dt is induced, यानी बन चुकी है। If the charge further grows by dQ in time dt, the work done by induced EMF against the growth of flowing charge is EMF × dQ, क्योंकि EMF की डेफिनेशन की है? वर्क अपॉन चार्ज। वर्क अपॉन चार्ज, वर्क की होएगा? EMF × dQ। EMF कितनी सी? LdI/dt। ਅਪੋਜ਼ ਕੀਤਾ ਵੀ Q ਤੋਂ dQ ਨਾ ਬਣੇ, dQ ਗਰੋ ਕਰਨ ਨੂੰ ਅਪੋਜ਼ ਕਰ ਰਹੀ ਹੈ, ਤਾਂ ਵਰਕ ਇੰਨਾ ਹੋਏਗਾ। ਤਾਂ dQ/dt ਇਹਨੂੰ ਅਸੀਂ I ਬਣਾ ਲਾਂਗੇ। dQ/dt is I, it is LdII। Therefore ਇਹ ਐਕਸਪ੍ਰੈਸ਼ਨ ਵਰਕ ਦਾ ਵੀ ਸਮਾਲ ਅਮਾਊਂਟ ਆਫ ਵਰਕ ਡਨ। ਕਿਸੇ ਵੇਲੇ ਕਰੰਟ I ਫਲੋ ਕਰ ਰਿਹਾ ਸੀ, ਹੁਣ ਕਰੰਟ DI ਵੱਧ ਗਿਆ, ਹੁਣ ਕਰੰਟ ਕਿੰਨਾ ਬਣ ਗਿਆ? I + DI। ਜਿਹੜੀ ਇੰਡਿਊਸ EMF ਹੈ ਉਹਨੇ ਕਿੰਨਾ ਵਰਕ ਕੀਤਾ ਹੈ ਤਾਂ ਕਿ ਕਰੰਟ ਨੂੰ I ਤੋਂ I + DI ਬਣਨ ਤੋਂ ਰੋਕਿਆ ਜਾ ਸਕੇ, ਜਾਂ ਚਾਰਜ ਜਿਹੜਾ Q ਫਲੋ ਕਰ ਰਿਹਾ ਸੀ ਉਹਦਾ Q + dQ ਬਣਨ ਤੋਂ ਰੋਕਿਆ ਜਾ ਸਕੇ ਇਨ ਟਾਈਮ dt। This is the physical interpretation of this relation. Work done required to put opposition to the growth of current from I to I + DI, मतलब total
ਨੈਟ ਵਾਧਾ ਕਿੰਨਾ ਹੋ ਰਿਹਾ ਡੀ ਆਈ ਦਾ ਵਾਧਾ ਰੋਕਣ ਲਈ ਜਿੰਨਾ ਵਰਕ ਕਰਦਾ ਹੈ TWLIDI ਇਹ ਤਾਂ dt ਟਾਈਮ ਦੀ ਗੱਲ ਹੋ ਰਹੀ ਹੈ ਪਰ ਆਲਰੇਡੀ ਕਿੰਨਾ ਕਰੰਟ ਗਰੋ ਕਰ ਚੁੱਕਿਆ ਕਿਸੇ ਵੇਲੇ 0 ਸੀ ਹੁਣ I ਹੋ ਚੁੱਕਿਆ ਉਦੋਂ ਹੀ ਆਪੋਜੀਸ਼ਨ ਉਦੋਂ ਤੋਂ ਹੀ ਸਟਾਰਟ ਸੀ ਤਾਂ ਕਿੰਨੀ એનર્ਜੀ ਦਾ ਐਕਸਪੈਂਸ ਹੋ ਗਿਆ ਉਹ ਕੱਢਾਂਗੇ ਅਸੀਂ ਬਾਈ ਮੈਥਡ ਆਫ ਇੰਟੈਗ੍ਰੇਸ਼ਨ total work if maximum current that grows is I then total work done can be calculated by integrating dW from 0 to I. dW is LI L is constant, I square by 2. This is already integration has been done. This is not sign of integration, एक line है. It is half LI square. ये जड़ा work है, it is stored in the inductor as its energy. Symbol U भी ले लिया, it is half LI square. I ਨੂੰ ਅਸੀਂ change ਕਰ ਲਿਆ ਕਿਉਂਕਿ I ਕੀ ਹੁੰਦਾ ਹੈ rate of flow of charge dq by dt. Therefore we can express magnetic field energy as half L dq by dt whole square or half Li square. With this we have calculated, we have derived expression for magnetic field energy and electric field energy. दोनों का सम कर दीए सानू टोटल एनर्जी ऑफ इलैक्ट्रिकल ऑसीलेटर मिल जाएगी ये टोटल एनर्जी जी इलैक्ट्रिकल ऑसीलेटर के कोल इन द फॉर्म ऑफ इलैक्ट्रिक फील्ड एंड मैगनैटिक फील्ड एनर्जी है इस करके टोटल एनर्जी का सिंबल की ले लिया UEM इलैक्ट्रिक फील्ड एंड मैगनैटिक फील्ड एनर्जी किमें मिलेगा सम ऑफ टू कंपोनेंट्स फर्स्ट कंपोनेंट इज द एनर्जी stored in the capacitor in the form of electric field एक ही है एनर्जी stored in the inductor in the form of magnetic field ਇਹਦੀ ਵੈਲਿਊ ਅਸੀਂ ਹਾਫ Q ਸਕੁਅਰ ਅਪੋਨ C ਕੀਤੀ ਸੀ ਇਹ ਐਕਸਪ੍ਰੈਸ਼ਨ ਅਸੀਂ ਇੱਥੋਂ ਪੁੱਟ ਕਰ ਦਿੱਤਾ Q ਲਈ ਅਸੀਂ ਸੋਲੂਸ਼ਨ ਪਤਾ ਕੀਤਾ ਹੈ ਅਸੀਂ ਸ਼ੁਰੂ ਦੇ ਵਿੱਚ ਡਿਸਕਸ ਕੀਤਾ ਸੀ ਲਾਸਟ ਲੈਕਚਰ ਦੇ ਵਿੱਚ ਜਾਂ ਇਸ ਪੇਜ ਤੇ ਵੀ ਸੋਲੂਸ਼ਨ ਅਸੀਂ Q ਦੇ ਲਈ ਡਰਾਈਵ ਕੀਤਾ ਸੀ Q naught cos omega naught t plus phi naught therefore ਅਸੀਂ ਯੂਜ਼ ਕੀਤਾ ਇਹੀ ਰਿਲੇਸ਼ਨ ਨੂੰ Q ਨੂੰ फिर ये डिफरेंशिएशन की माइनस Q naught ओमेगा naught sin ओमेगा naught t plus phi naught ये सिंपल मैथमेटिकल स्टैप्स ने Q की वैल्यू पुट की dq की असी dq by dt की इतों पुट की एंड थ्रू दी स्टैप्स साढ़े को कॉमन आ गया इट इज़ cos square of this vector plus sin square of this vector which is 1 we get total energy stored in the LCR circuit at any time it is Q naught square upon 2C T नहीं आ रहा है किते भी therefore it is independent of time again therefore किसी भी मूवमेंट ते kinetic किसी भी मूवमेंट ते इलैक्ट्रिक फील्ड एनर्जी ते मैगनैटिक फील्ड एनर्जी जिहड़ियां कंपोनेंट्स ने इंडिविजुअली वेरी कर रही ने पर सम उन्हां दा किसी भी समय ते तुसीं लै लो टेक सम ऑफ टोटल ऑफ दीज टू कंपोनेंट्स इट विल कम आउट टू बी सेम कितना होएगा Q naught square upon 2C C किहदे बराबर है असीं आया किवें एक्सप्रैशन लिखिया विद द हेल्प ऑफ दिस रिलेशन ओमेगा naught square is equal to 1 upon LC तो C किहदे बराबर हो गया 1 upon C is equal to ओमेगा naught square L 1 upon C नूं असीं ओमेगा naught square L जां L ओमेगा naught square लिखिया साडे कोल आ एक एक्सप्रैशन आ गया therefore this is the expression for total energy stored in an electrical oscillator or LCR circuit. So with this discussion we have come to end of discussion about energies associated with mechanical oscillator as well as electrical oscillator. Mechanical oscillator ਦੇ ਵਿੱਚ ਕਿਹੜੀਆਂ ਦੋ એનર્ਜੀ ਸੀਗੀਆਂ kinetic energy and potential energy. In case of electrical oscillator, we have two energies. Energy stored in the form of electric field between the gap of the two plates of the capacitor, and we have another component
which is an inductor in which energy is stored in the form of magnetic field energy. So this is all about this lecture. Thank you so much.